ਅੱਜ ਜਿਸ ਟੌਪਿਕ ਤੇ ਮੈਂ ਗੱਲ ਕਰ ਰਹੀ ਹਾਂ ਉਹ ਇਹ ਹੈ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਅੰਦਰ ਦੇ ਵਿੱਚ ਇਨਕੰਪਲੀਸ਼ਨ ਕਿਉਂ ਫੀਲ ਹੁੰਦੀ ਹੈ। ਅਸੀਂ ਸਾਰੇ ਕਿਧਰੇ ਨਾ ਕਿਧਰੇ ਆਪਣੇ ਆਪ ਨੂੰ ਇਨਕੰਪਲੀਟ ਫੀਲ ਕਰਦੇ ਹਾਂ। ਦੇਖੋ, ਕੁਦਰਤ ਦਾ ਨਿਯਮ ਹੈ ਕਿ ਸੰਪੂਰਨਤਾ ਬਹੁਤ ਅਭਿਆਸ ਮੰਗਦੀ ਹੈ, ਸੰਪੂਰਨਤਾ ਬਹੁਤ ਗਰੋਥ ਮੰਗਦੀ ਹੈ। ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਣਾ ਕਿ ਮੈਂ ਇੰਨਾ ਚੰਗਾ ਇਨਸਾਨ ਹਾਂ, ਮੈਨੂੰ ਦੁੱਖ ਕਿਉਂ ਮਿਲਦੇ ਨੇ। ਇਹ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ ਕਿ ਅਗਰ ਕੁਦਰਤ ਨੇ ਤੁਹਾਨੂੰ ਸੰਪੂਰਨ ਕਰਨਾ ਹੈ ਤਾਂ ਉਸਨੇ ਤੁਹਾਨੂੰ ਦੁੱਖ ਜ਼ਰੂਰ ਦੇਣੇ ਨੇ। ਔਰ ਇੱਕ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਦੁੱਖ ਦੇ ਵਿੱਚੋਂ ਹੀ ਗਰੋਥ ਉਪਜਦੀ ਹੈ। ਅਗਰ ਤੁਹਾਨੂੰ ਕੋਈ ਤਕਲੀਫ ਆਏਗੀ ਤਾਂ ਹੀ ਤੁਸੀਂ ਆਪਣੇ ਆਪ ਨੂੰ ਸਵਾਰਨ ਦੀ, ਨਿਖਾਰਨ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਜਦੋਂ ਇਨਸਾਨ ਆਪਣੀ ਜ਼ਿੰਦਗੀ 'ਚ ਮਸਤ ਸਭ ਕੁਝ ਚੱਲਦਾ ਰਹਿੰਦਾ ਹੈ ਤੇ ਬੰਦਾ ਉਸ ਨੂੰ ਇੰਜੋਏ ਕਰਦਾ ਰਹਿੰਦਾ ਹੈ। ਪਰ ਹਲਕੀ ਜਿਹੀ ਤੁਹਾਨੂੰ ਜਦੋਂ ਠੋਕਰ ਲੱਗਦੀ ਹੈ ਜ਼ਿੰਦਗੀ ਦੇ ਵਿੱਚ, ਕੋਈ ਕੰਮ ਜਿਹੜਾ ਤੁਸੀਂ ਸੋਚਿਆ ਉਹ ਨਹੀਂ ਹੁੰਦਾ, ਜਾਂ ਅਚਾਨਕ ਹੀ ਸਿਚੁਏਸ਼ਨ ਤੁਹਾਡੇ ਹੱਥ 'ਚੋਂ ਬਾਹਰ ਹੋ ਜਾਂਦੀ ਹੈ, ਤੁਹਾਡਾ ਉਹਨੂੰ ਖਰਾਬ ਕਰਨ ਦਾ ਕੋਈ ਮਕਸਦ ਨਹੀਂ ਹੁੰਦਾ, ਪਰ ਆਲੇ ਦੁਆਲੇ ਚੀਜ਼ਾਂ ਇੰਨੀਆਂ ਜ਼ਿਆਦਾ ਵਿਗੜ ਜਾਂਦੀਆਂ ਨੇ ਕਿ ਤੁਹਾਡੇ ਵੱਸ 'ਚੋਂ ਠੀਕ ਕਰਨੀਆਂ ਨਹੀਂ ਰਹਿੰਦੀਆਂ ਔਰ ਤੁਸੀਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਸਿਰਫ ਇੱਕ ਦਰਸ਼ਕ ਬਣ ਕੇ ਰਹਿ ਜਾਂਦੇ ਹੋ। ਅਤੇ ਉਦੋਂ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਕੁਦਰਤ ਪਰਖਦੀ ਹੈ ਹਮੇਸ਼ਾ ਸਾਨੂੰ, ਸਭ ਨੂੰ। ਜਦੋਂ ਰਿਸ਼ਤੇ ਦਿੰਦੀ ਹੈ ਤਾਂ ਪਰਖਦੀ ਹੈ, ਪੈਸਾ ਦਿੰਦੀ ਹੈ ਤਾਂ ਪਰਖਦੀ ਹੈ, ਸ਼ੌਹਰਤ ਦੇ ਕੇ ਪਰਖਦੀ ਹੈ। ਇਹ ਪ੍ਰਕਿਰਤੀ ਦਾ ਸੁਭਾਅ ਹੈ। ਇਹ ਗੱਲ ਮੈਨੂੰ ਵੀ ਹੌਲੀ ਹੌਲੀ ਸਮਝ ਆ ਰਹੀ ਹੈ ਔਰ ਮੈਂ ਇਹਨਾਂ ਵੀਡੀਓਜ਼ ਦੇ ਵਿੱਚ ਉਹੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਿੰਨਾ ਕੁ ਮੈਨੂੰ ਸਮਝ ਆਉਂਦਾ ਹੈ ਔਰ ਜਿੰਨੇ ਕੁ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ। ਸੰਪੂਰਨ ਮੈਨੂੰ ਲੱਗਦਾ ਕਿ ਬਹੁਤ ਔਖਾ ਕੰਮ ਹੈ, ਇੱਕ ਜਨਮ 'ਚ ਤੇ ਬਹੁਤ ਔਖਾ ਕੰਮ ਹੈ, ਪਰ ਹਾਂ ਉਸ 'ਤੇ ਕੰਮ ਕਰਨਾ ਸ਼ੁਰੂ ਕੀਤਾ, ਤੁਸੀਂ ਕੋਸ਼ਿਸ਼ ਕਰ ਰਹੇ ਹੋ, ਇਹ ਇੱਕ ਵੱਡੀ ਵਧਾਈ ਦਾ ਕੰਮ ਹੈ। ਸੋ ਜਦੋਂ ਵੀ ਤੁਹਾਡੇ 'ਤੇ ਕੋਈ ਮੁਸ਼ਕਿਲ ਆਵੇ, ਕੋਈ ਇਹੋ ਜਿਹੀ ਸਿਚੁਏਸ਼ਨ ਨਾਜ਼ਲ ਹੋ ਜਾਏ ਜਿਹਦੇ 'ਚ ਤੁਸੀਂ ਛਟਪਟਾ ਜਾਂਦੇ ਹੋ, ਜਾਂ ਤੁਹਾਡੇ ਅੰਦਰ ਇੱਕ ਗਮ ਦਾ ਗੋਲਾ ਬਣ ਜਾਂਦਾ ਹੈ, ਜਾਂ ਤੁਹਾਡੇ ਅੰਦਰ ਤਕਲੀਫ ਹੁੰਦੀ ਹੈ, ਤਾਂ ਉਸ ਸਮੇਂ ਕੀ ਕਰਨਾ ਚਾਹੀਦਾ? ਕਰਨਾ ਕੁਛ ਨਹੀਂ, ਕਿਉਂਕਿ ਤੁਸੀਂ ਕਰਕੇ ਵੀ, ਚਾਹ ਕੇ ਵੀ, ਐਫਰਟ ਕਰਕੇ ਵੀ ਕੁਛ ਨਹੀਂ ਹੋਣਾ। ਕੁਦਰਤ ਦਾ ਇੱਕ ਨਿਯਮ ਹੈ, ਹਰ ਚੀਜ਼ ਆਪਣੇ ਟਾਈਮ ਤੇ ਆਪਣੇ ਸੁਭਾਅ ਦੇ ਅਨੁਸਾਰ ਠੀਕ ਹੋਣੀ ਹੈ। ਜਦੋਂ ਸਮਾਂ ਆਉਣਾ ਹੈ ਤੇ ਉਸ ਚੀਜ਼ ਨੇ ਆਪਣੇ ਆਪ ਠੀਕ ਹੋ ਜਾਣਾ ਹੈ। ਅਗਰ ਤੁਹਾਨੂੰ ਮਿਲਣੀ ਹੈ ਤਾਂ ਵੀ, ਨਹੀਂ ਮਿਲਣੀ ਤੇ ਤੁਹਾਨੂੰ ਸਬਰ ਆ ਜਾਣਾ ਹੈ, ਜਾਂ ਫਿਰ ਤੁਹਾਡੇ ਸਾਹਮਣੇ ਓਪਰਚੁਨਿਟੀਜ਼ ਹੋਰ ਆ ਜਾਣੀਆਂ, ਤੁਹਾਡਾ ਦਿਮਾਗ ਉਸਨੇ ਉਸ ਪਾਸੇ ਲਾ ਦੇਣਾ। ਲੇਕਿਨ ਅਗਰ ਤੁਸੀਂ ਸੰਪੂਰਨਤਾ ਦੀ ਦਿਸ਼ਾ ਵੱਲ ਚੱਲ ਰਹੇ ਹੋ ਤੇ ਮੁਸੀਬਤਾਂ ਜਦੋਂ ਵੀ ਆਉਣ, ਤੇ ਕਹਿਣਾ ਬਹੁਤ ਆਸਾਨ ਹੈ, ਕਰਨਾ ਬਹੁਤ ਔਖਾ ਹੈ, ਕਿ ਜਦੋਂ ਵੀ ਤੁਹਾਨੂੰ ਕੋਈ ਮੁਸ਼ਕਿਲ ਆਵੇ, ਕੋਈ ਫਾਈਨੈਂਸ਼ੀਅਲ ਲੌਸਿਸ ਹੋ ਜਾਣ, ਕੋਈ ਬਿਜ਼ਨਸ ਗੜਬੜਾ ਜਾਵੇ, ਉਹਦਾ ਇੱਕ ਬੜਾ ਅੱਛਾ ਸ਼ੇਰ ਹੈ ਕਿ ਉਸਕੇ ਕਰਮ ਕੀ ਹੱਦ ਨਹੀਂ, ਉਸਕੇ ਕਰਮ ਕਾ ਕਿਆ ਕਹਿਣਾ, वो एक दरवाज़ा बंद करे तो 100 दरवाजे खोले है। एक कुदरत ਦਾ ਨਿਯਮ ਹੈ। ਜਿੰਨੀ ਦੇਰ ਤੱਕ ਉਹ ਦੂਜੇ ਦਰਵਾਜ਼ੇ ਨਹੀਂ ਨਾ ਖੋਲਦੀ, ਉਹ ਪਿਛਲਾ ਦਰਵਾਜ਼ਾ ਬੰਦ ਨਹੀਂ ਕਰਦੀ। ਅਗਰ ਕੋਈ ਦਰਵਾਜ਼ਾ ਬੰਦ ਹੋ ਰਿਹਾ ਨਾ, ਤੇ ਇਸ ਦਾ ਮਤਲਬ ਉਸਨੇ ਹੋਰ 10-15 ਦਰਵਾਜ਼ੇ ਤੁਹਾਡੇ ਲਈ ਖੋਲ੍ਹੇ ਹੋਏ ਨੇ। ਪਹਿਲਾਂ ਉਹ ਪਲੈਨਿੰਗ ਕਰਦੀ ਹੈ, ਫਿਰ ਹੀ ਉਹ ਪਿਛਲਾ ਬੰਦ ਕਰਦੀ। ਇਹ ਪ੍ਰਕਿਰਤੀ ਦਾ ਸੁਭਾਅ ਹੈ। ਸਿਰਫ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਇਹ ਐਜੂਕੇਸ਼ਨ ਨਹੀਂ ਦਿੱਤੀ ਗਈ, ਸਾਨੂੰ ਇਹ ਸਮਝਾਇਆ ਨਹੀਂ ਜਾਂਦਾ ਕਿ ਜੀਵਨ ਜਿਹੜਾ ਹੈ ਉਸ ਨੂੰ ਜੀਣਾ ਕਿਵੇਂ ਹੈ, ਜਾਂ ਪ੍ਰਕਿਰਤੀ, ਨੇਚਰ ਤੇ ਸਾਡੀ ਨੇਚਰ ਦੇ ਵਿੱਚ ਸਾਨੂੰ ਤਾਲਮੇਲ ਬਿਠਾਉਣਾ ਨਹੀਂ ਆਉਂਦਾ। ਪਰ ਹੌਲੀ ਹੌਲੀ, ਕਿਉਂਕਿ ਸਾਡਾ ਕੋਈ ਗਾਈਡ ਨਹੀਂ ਹੈ, ਸਾਡੇ ਸਕੂਲਸ ਦੇ ਵਿੱਚ ਐਜੂਕੇਸ਼ਨ ਨਹੀਂ ਹੈ, ਸਾਡੇ ਮਾਪਿਓ ਵੀ ਸਾਨੂੰ ਜੋ ਦੁਨੀਆਦਾਰੀ ਜੋ ਉਹਨਾਂ ਨੇ ਸਿੱਖੀ ਉਹੀ ਸਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਜਦੋਂ ਸਿਚੁਏਸ਼ਨਸ ਇਹੋ ਜਿਹੀਆਂ ਆਉਂਦੀਆਂ ਨੇ ਜਿਹੜੀਆਂ ਅਸੀਂ ਪਹਿਲਾਂ ਨਹੀਂ ਫੇਸ ਕੀਤੀਆਂ ਹੁੰਦੀਆਂ, ਔਰ ਜਦੋਂ ਸਿਚੁਏਸ਼ਨ ਆ ਜਾਂਦੀ ਹੈ ਤੇ ਅਗਰ ਤੇ ਉਹ ਪਹਿਲਾਂ ਤੁਸੀਂ ਫੇਸ ਕੀਤੀ ਹੈ ਤਾਂ ਤੁਸੀਂ ਥੋੜੇ ਉਹਦੇ ਵਿੱਚ ਪਰਿਪੱਕ ਹੁੰਦੇ ਹੋ। ਪਰ ਉਹ ਅਗਰ ਸਿਚੁਏਸ਼ਨ ਤੁਸੀਂ ਪਹਿਲਾਂ ਨਹੀਂ ਫੇਸ ਕੀਤੀ ਤੇ ਤੁਸੀਂ ਇੱਧਰ ਭੱਜਦੇ ਹੋ, ਉੱਧਰ ਭੱਜਦੇ ਹੋ, ਤੁਹਾਨੂੰ ਸਮਝ ਹੀ ਨਹੀਂ ਆਉਂਦੀ। ਪਰ ਉਸ ਤੋਂ ਬਾਅਦ ਕੁਦਰਤ ਹੌਲੀ ਹੌਲੀ ਤੁਹਾਨੂੰ ਇਹ ਸਬਕ ਆਪਣੇ ਆਪ ਦਿੰਦੀ ਹੈ ਕਿ ਮੈਂ ਦੱਸਾਂਗੀ ਕੀ ਕਰਨਾ, ਤੂੰ ਸਬਰ ਤੇ ਸੰਤੋਖ ਨਾਲ ਬੈਠਣਾ ਹੈ। ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ, ਪਰ ਕੋਸ਼ਿਸ਼ ਦੇ ਨਾਲ ਨਾਲ ਇੱਕ ਆਸਥਾ, ਇੱਕ ਵਿਸ਼ਵਾਸ ਕੁਦਰਤ 'ਤੇ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਉਸ ਦਾ ਪਲਾਨ ਸਾਡੀ ਸੋਚ ਤੋਂ ਬਹੁਤ ਵੱਡਾ ਹੈ। ਜੋ ਅੱਜ ਤੱਕ ਉਸਨੇ ਦਿੱਤਾ ਉਹ ਤੁਹਾਨੂੰ ਨਹੀਂ ਲੱਗਦਾ ਕਿ ਬਿਲਕੁਲ ਠੀਕ ਸੀਗਾ? ਅਸੀਂ ਉਸ 'ਤੇ ਵੀ ਕਾਬਿਲ ਨਹੀਂ ਹਾਂ। ਇੱਕ ਮੈਂ ਬੜੀ ਅੱਛੀ ਸਟੋਰੀ ਪੜ੍ਹੀ ਸੀਗੀ। ਉਹ ਕਹਿੰਦੇ ਕਿ ਇੱਕ ਬੜਾ ਅਮੀਰ ਆਦਮੀ ਹਸਪੀਟਲ ਦੇ ਵਿੱਚ 4-5 ਦਿਨ ਲਈ ਐਡਮਿਟ ਹੋਇਆ ਤੇ ਉਸਨੂੰ ਆਕਸੀਜਨ ਲਗਾਈ ਗਈ।
ਤੇ ਉਹਨੇ ਜਦੋਂ ਆਕਸੀਜਨ ਦਾ ਬਿੱਲ ਬਣਿਆ, ਜਦੋਂ ਵੀ ਮਤਲਬ ਉਹ ਠੀਕ ਹੋ ਕੇ ਡਿਸਚਾਰਜ ਹੋ ਕੇ ਆਇਆ, ਤੇ ਉਹਦਾ ਕੋਈ 15-16 ਲੱਖ ਬਿੱਲ ਬਣਿਆ ਤੇ ਉਹ ਰੋਣ ਲੱਗ ਪਿਆ। ਤੇ ਹਸਪੀਟਲ ਦੇ ਡਾਕਟਰਸ ਉਸ ਨੂੰ ਪੁੱਛਦੇ ਕਿ ਕੋਈ ਗੱਲ ਨਹੀਂ, ਜੇ ਤੇਰੇ ਕੋਲ ਪੈਸੇ ਨਹੀਂ ਹੈ ਤੇ ਪ੍ਰੋਬਲਮ ਨਹੀਂ ਹੈ, ਤੂੰ ਪੈਸੇ ਨਾ ਦੇ ਪਰ ਤੂੰ ਰੋ ਨਾ। ਉਹ ਕਹਿੰਦਾ ਮੈਂ ਇਸ ਕਰਕੇ ਥੋੜੀ ਰੋ ਰਿਹਾ ਵਾਂ ਕਿ ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਪੈਸੇ ਤੇ ਇੰਨੇ ਕਿ ਮੈਂ ਹਸਪੀਟਲ ਖਰੀਦ ਸਕਦਾ ਵਾਂ, ਪਰ ਮੈਂ ਇਸ ਕਰਕੇ ਰੋ ਰਿਹਾ ਵਾਂ ਕਿ ਉਸ ਕੁਦਰਤ ਨੇ ਮੈਨੂੰ ਇੰਨੇ ਸਾਹ ਫ੍ਰੀ ਚ ਦਿੱਤੇ, ਕਦੀ ਕੋਈ ਬਿੱਲ ਨਹੀਂ ਆਇਆ ਕਿ ਮੇਰੇ ਸਾਹ ਲੈਣ ਦੇ ਉੱਪਰ ਬਿੱਲ। ਤੁਸੀਂ 2 ਦਿਨ ਮੈਨੂੰ ਆਰਟੀਫਿਸ਼ਲ ਆਕਸੀਜਨ ਦਿੱਤੀ, ਸਾਹ ਲੈਣ ਦੇ ਲਈ ਮੈਂ ਆਰਟੀਫਿਸ਼ਲ ਆਕਸੀਜਨ ਦਾ ਇਸਤੇਮਾਲ ਕੀਤਾ ਤੇ 12-14 ਲੱਖ ਰੁਪਏ ਦਾ ਬਿੱਲ ਆ ਗਿਆ। ਮੈਨੂੰ ਜਾਗਰਤੀ ਆ ਗਈ, ਮੈਨੂੰ ਸਮਝ ਆ ਗਈ ਕਿ ਕੁਦਰਤ ਨੇ ਮੈਨੂੰ ਕਿੰਨੀਆਂ ਚੀਜ਼ਾਂ ਫ੍ਰੀ ਦਿੱਤੀਆਂ ਹੋਈਆਂ ਨੇ। ਸੋ ਉਹਦਾ ਪਲਾਨ ਬਹੁਤ ਵੱਡਾ ਹੈ, ਸਿਰਫ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਔਰ ਮੇਰਾ ਆਪਣਾ ਐਕਸਪੀਰੀਅੰਸ ਹੈ, ਮੈਂ ਵਿਸ਼ਵਾਸ ਕੀਤਾ ਕੁਝ ਚੀਜ਼ਾਂ ਤੇ ਜਿਨ੍ਹਾਂ ਤੇ ਮੈਂ ਨਹੀਂ ਵਿਸ਼ਵਾਸ ਕੀਤਾ, ਮੈਂ ਬੜਾ ਡਗਮਗਾਈਆਂ। ਪਰ ਜਦੋਂ ਮੈਂ ਸਿੱਖਿਆ ਕਿ ਵਿਸ਼ਵਾਸ ਇੱਕ ਕਨੈਕਸ਼ਨ ਹੈ, ਇੱਕ ਪਰਸਨਲ ਨਹੀਂ ਹੁੰਦਾ ਮਾਂ ਤੇ ਬੱਚੇ ਦਾ। ਉਹਨਾਂ ਕਹਿਣਾ, ਮੱਥਾ ਟੇਕਣਾ ਜਾਂ ਮੰਨਣਾ ਇੱਕ ਅਲੱਗ ਚੀਜ਼ ਹੈ, ਪਰ ਤੁਹਾਡਾ ਕਨੈਕਸ਼ਨ ਇੰਨਾ ਪਰਸਨਲ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਹਾ ਤੇ ਉਸਨੇ ਸੁਣ ਲਿਆ, ਜਾਂ ਉਸਨੇ ਕੋਈ ਮੁਸੀਬਤ ਦਿੱਤੀ ਤੇ ਤੁਸੀਂ ਉਸ ਦੀ ਪ੍ਰਸ਼ਾਦ ਸਮਝ ਕੇ, ਉਸ ਦਾ ਲੈਸਨ ਸਮਝ ਕੇ ਜਰ ਲਈ ਕਿ ਇਹ ਮੈਨੂੰ ਕੁਝ ਸਿਖਾਉਣਾ ਚਾਹ ਰਿਹਾ ਹੈ, ਮੈਂ ਸਿਰਫ ਇਸ ਪ੍ਰੋਸੈਸ ਨੂੰ ਇੰਜੋਏ ਕਰਨਾ ਹੈ। ਅਗਰ ਇਹ ਪ੍ਰੋਸੈਸ ਮੈਨੂੰ ਹੋਰ ਗਰੋਥ ਦੇਗਾ, ਮੈਨੂੰ ਹੋਰ ਬਿਹਤਰ ਇਨਸਾਨ ਬਣਾਏਗਾ। ਔਰ ਇਹ ਯਾਦ ਰੱਖਣਾ, ਜਦੋਂ ਤੁਸੀਂ ਆਪਣੇ ਸਫ਼ਰ ਦੇ ਵਿੱਚ ਪਿੱਛੇ ਮੁੜ ਕੇ ਵੇਖੋਗੇ ਤੇ ਤੁਹਾਨੂੰ ਲੱਗੇਗਾ ਕਿ ਕੁਦਰਤ ਨੇ ਹਰ ਚੀਜ਼ ਬਿਲਕੁਲ ਠੀਕ ਕੀਤੀ ਸੀ। ਜੇ ਤੋੜਿਆ ਸੀ ਤਾਂ ਠੀਕ ਸੀ, ਜੇ ਤੋੜ ਕੇ ਦੁਬਾਰਾ ਜੋੜਿਆ ਤਾਂ ਵੀ ਠੀਕ ਹੈ, ਜੋ ਨਹੀਂ ਮਿਲਿਆ ਉਹ ਵੀ ਠੀਕ ਸੀ। ਔਰ ਅਜੇ ਉਸਨੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਪਲਾਨ ਤੁਹਾਡੇ ਲਈ ਰੱਖੇ ਹੋਏ ਨੇ। ਪਰ ਆਪਣਾ ਕਨੈਕਸ਼ਨ ਬਣਾਓ ਔਰ ਸੰਪੂਰਨਤਾ ਦੀ ਇਸ ਦਿਸ਼ਾ ਵੱਲ, ਇਨਸਾਨ ਦੀ ਸੋਲ ਜਿਹੜੀ ਹੈ ਉਸ ਨੂੰ ਸੰਪੂਰਨ ਹੋਣਾ ਹੀ ਇਸ ਜ਼ਿੰਦਗੀ ਦਾ ਮਕਸਦ ਹੈ। ਮੈਂ ਇਹੋ ਹੀ ਕਹਾਂਗੀ ਕਿ ਕੋਸ਼ਿਸ਼ ਕਰੋ, ਹਰ ਮੁਸ਼ਕਿਲ ਦੇ ਸਮੇਂ ਦੇ ਵਿੱਚ ਸਿੱਖਣ ਦੀ ਕੋਸ਼ਿਸ਼ ਕਰੋ ਕਿ ਕੁਦਰਤ ਮੈਨੂੰ ਸੁਨੇਹਾ ਕੀ ਦੇ ਰਹੀ ਹੈ, ਮੈਨੂੰ ਕੀ ਮੇਰੇ 'ਚ ਇੰਪਰੂਵਮੈਂਟ ਕਰਾਉਣਾ ਚਾਹ ਰਹੀ ਹੈ। ਔਰ ਜਦੋਂ ਤੁਹਾਡੇ 'ਚ ਉਹ ਇੰਪਰੂਵਮੈਂਟ ਹੋ ਜਾਂਦੀ ਹੈ ਤਾਂ ਕੁਦਰਤ ਤੁਹਾਨੂੰ ਆਪਣੇ ਆਪ ਤੁਹਾਡੀ ਇੱਛਾ ਤੋਂ ਕਿਤੇ ਵੱਧ ਦੇ ਦਿੰਦੀ ਹੈ। ਯਕੀਨ ਮੇਰਾ ਬਹੁਤ ਹੈ, ਤੁਸੀਂ ਵੀ ਕਰਕੇ ਦੇਖਣਾ। ਅਗਰ ਤੁਹਾਡਾ ਕੋਈ ਸਵਾਲ ਹੈ, ਬਹੁਤ ਸਾਰੇ ਲੋਕ ਕਹਿੰਦੇ ਕਿ ਮੈਮ ਚੱਕਰਾ ਮੈਡੀਟੇਸ਼ਨ ਦੇ ਉੱਪਰ ਤੁਸੀਂ ਵੀਡੀਓ ਬਣਾਓ, ਮੈਂ ਕੰਮ ਕਰ ਰਹੀ ਹਾਂ ਉਸ 'ਤੇ। ਜਿਸ ਦਿਨ ਮੈਨੂੰ ਲੱਗੇਗਾ ਕਿ ਹੁਣ ਮੈਨੂੰ ਉਸ 'ਤੇ ਬਣਾਉਣੀ ਚਾਹੀਦੀ ਵੀਡੀਓ, ਮੈਂ ਜ਼ਰੂਰ ਬਣਾਵਾਂਗੀ। ਸੋ ਕਮੈਂਟ ਬਾਕਸ 'ਚ ਦੱਸਣਾ ਕਿ ਇਸ ਵੀਡੀਓ ਨਾਲ ਤੁਹਾਡੇ ਜੀਵਨ 'ਤੇ ਕੀ ਅਸਰ ਹੋਇਆ, ਜਾਂ ਕੋਈ ਵੀ ਤੁਹਾਡਾ ਸਵਾਲ ਹੋਵੇ ਮੈਨੂੰ ਕਮੈਂਟ ਬਾਕਸ